ਸਰਬਜੀਤ ਧਾਲੀਵਾਲ ਜੀ, ਸਵਾਗਤ ਹੈ ਆਪ ਜੀ ਦਾ। ਵੈਲਕਮ ਜੀ, ਆਇਆਂ ਨੂੰ। ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰਬਜੀਤ ਧਾਲੀਵਾਲ ਜੀ, ਅਜੇ ਕਰਨਾਟਕ ਦੇ ਵਿੱਚ ਹਿਜਾਬ ਦਾ ਮਾਮਲਾ ਠੰਡਾ ਨਹੀਂ ਸੀ ਹੋਇਆ ਤੇ ਆ ਇੱਕ ਹੋਰ ਮਾਮਲਾ ਗਰਮਾ ਗਿਆ ਹੈ। ਹਿਜਾਬ ਪਹਿਨਣ ਤੇ ਪਹਿਲਾਂ ਪਾਬੰਦੀ ਸੀ, ਹੁਣ ਕੇਸਕੀ ਬੰਨਣ ਤੇ ਪਾਬੰਦੀ ਲਗਾ ਦਿੱਤੀ। ਸਿੱਖਾਂ ਦੇ ਮਾਮਲਿਆਂ ਦੇ ਨਾਲ ਜੁੜੀ ਹੋਈ ਗੱਲ ਹੈ ਜਿਹੜੀ ਵਿਸ਼ਵ ਪੱਧਰ ਤੇ ਚਰਚਾ ਚੱਲ ਰਹੀ ਹੈ। ਇਹ ਮਾਮਲਾ ਕੀ ਸੀ ਸਾਰਾ? ਕਿਉਂ ਕੇਸਕੀ ਬੰਨਣ ਤੇ ਪਾਬੰਦੀ ਲਗਾਈ ਗਈ ਹੈ ਕਾਲਜ ਦੇ ਵਿੱਚ? ਵਿਸਤਾਰ ਨਾਲ ਦੱਸੋ। ਹਾਂ, ਬਿਲਕੁਲ ਇਹ ਬਹੁਤ ਵੱਡਾ ਮਸਲਾ ਇਸ ਵੇਲੇ ਬਣਿਆ ਹੋਇਆ ਹੈ। ਕੱਲਾ ਪੰਜਾਬ ਹੀ ਨਹੀਂ, ਪੰਜਾਬ, ਦਿੱਲੀ, ਸਾਰੇ ਦੇਸ਼ ਵਿੱਚ ਹੀ ਚਰਚਾ ਚੱਲ ਰਹੀ ਹੈ ਇਹਦੀ, ਤੇ ਬਾਹਰਲੇ ਦੇਸ਼ਾਂ 'ਚ ਵੀ ਇਹਦੀ ਬਹੁਤ ਵੱਡੀ ਚਰਚਾ ਛਿੜ ਗਈ ਹੈ। ਇੱਕ ਲੜਕੀ ਹੈਗੀ ਅਮਤੇਸ਼ਵਰ ਕੌਰ, ਇਹ ਅੰਮ੍ਰਿਤਧਾਰੀ ਲੜਕੀ ਹੈਗੀ। ਇਹਨੇ ਉੱਥੇ ਮਾਊਂਟ ਕਾਰਮਲ ਜਿਹੜਾ ਕਾਲਜ ਹੈਗਾ ਆਪਣਾ ਬੰਗਲੌਰ ਵਿੱਚ, ਅੱਜ ਕੱਲ੍ਹ ਉਹਨੂੰ ਬੰਗਲੌਰ ਨਹੀਂ ਕਹਿੰਦੇ, ਉਹਦਾ ਨਾਮ ਬੰਗਲੌਰੂ ਹੋ ਗਿਆ ਹੈ। ਤਾਂ ਬੰਗਲੌਰੂ ਵਿੱਚ ਉਹਨੇ ਐਡਮਿਸ਼ਨ ਲਈ ਹੋਈ ਸੀ, ਬਕਾਇਦਾ ਉਹ ਕਲਾਸਾਂ ਵਗੈਰਾ ਅਟੈਂਡ ਕਰ ਰਹੀ ਸੀ। ਇਹ ਘਟਨਾ ਥੋੜ੍ਹੇ ਦਿਨ ਪਹਿਲਾਂ ਵਾਪਰੀ ਕਿ ਜਦੋਂ ਉਹ ਕਾਲਜ ਗਈ ਤਾਂ ਫਿਰ ਉਸ ਦਿਨ ਕਾਲਜ ਦੇ ਪ੍ਰਿੰਸੀਪਲ ਨੇ ਉਹਨੂੰ ਬੁਲਾ ਕੇ ਕਿਹਾ ਕਿ ਤੁਸੀਂ ਕੇਸ ਕੀ ਬੰਨ੍ਹ ਕੇ ਆਉਂਦੇ ਹੋ, ਪੱਗ ਬੰਨ੍ਹ ਕੇ ਆਉਂਦੇ ਹੋ, ਮਤਲਬ ਦਸਤਾਰ ਧਾਰ ਕੇ ਆਉਂਦੇ ਹੋ, ਤੇ ਇਹ ਜਿਹੜੀ ਇੱਕ ਧਾਰਮਿਕ ਚਿੰਨ੍ਹ ਹੈ, ਕਿਉਂਕਿ ਧਾਰਮਿਕ ਚਿੰਨ੍ਹਾਂ ਤੇ ਹਾਲੇ ਹਾਈ ਕੋਰਟ ਨੇ ਪਾਬੰਦੀ ਲਾਈ ਹੋਈ ਹੈ। ਜਿੰਨਾ ਚਿਰ ਹਾਈ ਕੋਰਟ ਦਾ ਫੈਸਲਾ ਨਹੀਂ ਹੋ ਜਾਂਦਾ ਤਾਂ ਤੁਸੀਂ ਆਪਣੀ ਜਿਹੜੀ ਕੇਸ ਕੀ ਹੈ ਇਹ ਨਾ ਬੰਨ੍ਹ ਕੇ ਆਇਆ ਕਰੋ ਤੇ ਵੈਸੇ ਆ ਜਾਇਆ ਕਰੋ। ਉਸ ਤੋਂ ਬਾਅਦ ਫਿਰ ਉਹ ਲੜਕੀ ਨੇ ਇਸ ਗੱਲ ਤੋਂ ਜਵਾਬ ਦਿੱਤਾ ਕਿ ਨਹੀਂ, ਮੈਂ ਤਾਂ ਅੰਮ੍ਰਿਤਧਾਰੀ ਲੜਕੀ ਹਾਂ, ਮੈਂ ਅੰਮ੍ਰਿਤ ਛਕਿਆ ਹੋਇਆ, ਇਸ ਕਰਕੇ ਮੈਂ ਦਸਤਾਰ ਨਹੀਂ ਲਾਹਾਂਗੀ, ਮੈਂ ਕੇਸ ਕੀ ਬੰਨ੍ਹ ਕੇ ਹੀ ਆਵਾਂਗੀ। ਇਸ ਤੋਂ ਬਾਅਦ ਮਾਮਲਾ ਜਿਹੜਾ ਫਿਰ ਉਹ ਕਾਲਜ ਦੀ ਪ੍ਰਿੰਸੀਪਲ ਨੇ, ਜਿਹੜੇ ਉਹਦੇ ਪਿਤਾ ਜੀ ਨੇ, ਲੜਕੀ ਦੇ ਗੁਰਚਰਨ ਸਿੰਘ ਦਾ ਨਾਂ ਹੈ, ਉਹ ਗੁਰਚਰਨ ਸਿੰਘ ਨਾਲ ਟੇਕਅਪ ਕੀਤਾ। ਉਹਨਾਂ ਨੂੰ ਕਿਹਾ ਕਿ ਆਹ ਮਸਲਾ ਹੈਗਾ, ਹਾਈ ਕੋਰਟ ਦੇ ਹਦਾਇਤਾਂ ਨੇ, ਸਾਨੂੰ ਮੁਸ਼ਕਿਲ ਆ ਰਹੀ ਹੈ। ਤੇ ਫਿਰ ਉਹਨਾਂ ਨੇ ਗੁਰਚਰਨ ਸਿੰਘ ਨਾਲ ਵੀ ਗੱਲਬਾਤ ਕੀਤੀ ਤੇ ਪਰ ਉਹਨੇ ਵੀ ਮਨਾ ਕਰਤਾ ਕਿ ਨਹੀਂ, ਸਾਡੀ ਲੜਕੀ ਜਿਹੜੀ ਹੈ ਅੰਮ੍ਰਿਤਧਾਰੀ ਲੜਕੀ ਹੈਗੀ, ਇਹ ਕੇਸ ਕੀ ਬੰਨ੍ਹ ਕੇ ਆਏਗੀ, ਨਹੀਂ ਤਾਂ ਮਤਲਬ ਅਸੀਂ ਇਹਨੂੰ ਉਤਾਰਾਂਗੇ ਨਹੀਂ। ਲੜਕੀ ਨੇ ਦੇ ਪਿਤਾ ਜੀ ਨੇ ਵੀ ਇਸ ਗੱਲ ਤੋਂ ਜਵਾਬ ਦਿੱਤਾ। ਉਸ ਤੋਂ ਬਾਅਦ ਇਹ ਮਸਲਾ ਹੌਲੀ ਹੌਲੀ ਫਿਰ ਬਾਹਰ ਆ ਗਿਆ। ਜਦੋਂ ਲੜਕੀ ਨੂੰ ਉੱਥੋਂ ਕਾਲਜ ਆਉਣ ਤੋਂ ਮਨਾ ਕਰਤਾ ਕਿ ਤੁਸੀਂ ਦਾਖਲ ਨਹੀਂ ਹੋ ਸਕਦੇ, ਤੇ ਉਸ ਤੋਂ ਬਾਅਦ ਇਹ ਫਿਰ ਵੱਡਾ ਇਸ਼ੂ ਬਣ ਗਿਆ। ਤੇ ਹੁਣ ਤਕਰੀਬਨ ਇਹ ਸਾਰੇ, ਮੇਰਾ ਖਿਆਲ ਹੈ ਕਿ ਦੇਸ਼ ਵਿੱਚ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਆਪਣੇ ਭਾਰਤ ਦੀਆਂ, ਉਹਨਾਂ ਨੇ ਸਾਰੀਆਂ ਨੇ ਟੇਕਅਪ ਕੀਤਾ ਹੈ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈਗੇ ਨੇ ਗਿਆਨੀ ਜੀ, ਉਹਨਾਂ ਨੇ ਵੀ ਇਸ ਨੂੰ ਟੇਕਅਪ ਕੀਤਾ ਹੈ। ਇਹਦੇ ਨਾਲ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਨੇ ਚਿੱਠੀ ਪ੍ਰਾਈਮ ਮਿਨਿਸਟਰ ਨੂੰ ਵੀ ਲਿਖੀ ਹੈ, ਨਾਲ ਦੀ ਨਾਲ ਕਰਨਾਟਕਾ ਦੇ ਮੁੱਖ ਮੰਤਰੀ ਨੂੰ ਵੀ ਲਿਖੀ ਹੈ। ਤੇ ਨਾਲ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਨੇ, ਕਿ ਭਾਵੇਂ ਉਹ ਕੇਂਦਰੀ ਸਿੰਘ ਸਭਾ ਹੋਵੇ, ਭਾਵੇਂ ਸੰਯੁਕਤ ਸਮਾਜ ਮੋਰਚਾ ਹੋਵੇ, ਜਾਂ ਦੂਸਰੀਆਂ ਜਥੇਬੰਦੀਆਂ ਜਿਹੜੀਆਂ, ਉਹਨਾਂ ਨੇ ਵੀ ਇਸ ਮਸਲੇ ਨੂੰ ਉਠਾਇਆ ਹੈਗਾ। ਇੱਕ ਯੂਨਾਈਟਿਡ ਸਿੱਖਸ ਜਿਹੜੀ ਹੈਗੀ ਜਥੇਬੰਦੀ, ਬਹੁਤ ਵੱਡੀ ਜਥੇਬੰਦੀ ਹੈ, ਜਿਹਦਾ UN ਨਾਲ ਵੀ ਅਫੀਲੀਏਸ਼ਨ ਉਹਨਾਂ ਦੀ ਹੈਗੀ, ਉਹਨਾਂ ਨੇ ਵੀ ਇਸ ਮਸਲੇ ਨੂੰ ਟੇਕਅਪ ਕੀਤਾ ਹੈ। ਤੇ ਉਹਨਾਂ ਨੇ ਇਸ ਨੂੰ ਜਿਹੜਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੈ ਭਾਰਤ ਦਾ, ਉਹਦੇ ਜਿਹੜੇ ਮੁਖੀ ਹੈ, ਚੇਅਰਮੈਨ ਹੈਗੇ, ਉਹਨਾਂ ਕੋਲੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਕਿ ਇਸ ਮਸਲੇ ਨੂੰ ਬਚਾਇਆ ਜਾਵੇ, ਕਿਉਂਕਿ ਹਿਊਮਨ ਰਾਈਟਸ ਦਾ ਮਸਲਾ ਹੈ। ਮੈਂ ਤੁਹਾਨੂੰ ਦੱਸਾਂ, ਜਿਹੜਾ ਕਾਨਸਟੀਟਿਊਸ਼ਨ ਹੈਗਾ ਸਾਡਾ, ਭਾਰਤ ਦਾ ਕਾਨਸਟੀਟਿਊਸ਼ਨ ਹੈਗਾ, ਉਹ ਜਿਹੜਾ ਧਾਰਮਿਕ ਆਜ਼ਾਦੀ, ਜਿਹੜੀ ਫਰੀਡਮ ਟੂ ਰਿਲੀਜਨ ਜਿਹੜੀ ਹੈਗੀ, ਉਹਦੇ ਵਿੱਚ ਲਿਖੀ ਹੋਈ ਹੈ, ਮਤਲਬ ਉਹਦੇ ਵਿੱਚ ਦਰਜ ਹੈਗੀ। ਇਸ ਕਰਕੇ ਇੱਕ ਧਾਰਮਿਕ ਆਜ਼ਾਦੀ ਦਾ ਵੀ ਮਸਲਾ ਹੈਗਾ। ਤੁਸੀਂ ਕਿਸੇ ਦੇ ਪਹਿਨਣ ਤੇ, ਕੋਈ ਵੀ ਕਿਸ ਤਰ੍ਹਾਂ ਦੀ ਵੇਸ਼ਭੂਸ਼ਾ, ਕੱਪੜੇ ਪਹਿਨਣ ਤੇ ਜਾਂ ਧਾਰਮਿਕ ਚਿੰਨ੍ਹਾਂ ਤੇ ਪਾਬੰਦੀ ਨਹੀਂ ਲਾ ਸਕਦੇ, ਕਿਉਂਕਿ ਧਰਮ ਨੂੰ ਮੰਨਣ ਦੀ ਆਜ਼ਾਦੀ ਹੈਗੀ ਤੇ ਜਿਹੜਾ ਰਾਈਟ ਹੈਗਾ ਇਹ ਸੰਵਿਧਾਨ ਦੇ ਵਿੱਚ ਦਰਜ ਹੈਗਾ। ਤਾਂ ਹੁਣ ਇਸ ਕਰਕੇ ਇਹ ਮਸਲਾ ਜਿਹੜਾ ਹੈਗਾ ਕਿ ਬਹੁਤ ਵੱਡੇ ਪੱਧਰ ਤੇ ਫੈਲਿਆ ਹੋਇਆ ਹੈ। ਤੇ ਨਾਲ ਦੀ ਨਾਲ ਜਿਹੜਾ ਮਨਜਿੰਦਰ ਸਿੰਘ ਸਿਰਸਾ ਹੈਗਾ, ਉਹਨਾਂ ਨੇ ਕਰਨਾਟਕਾ ਦੇ ਜਿਹੜੇ ਮੁੱਖ ਮੰਤਰੀ ਹੈਗੇ ਬਮਾਈ, ਉਹਨਾਂ ਨਾਲ ਵੀ ਕੱਲ੍ਹ ਗੱਲਬਾਤ ਕੀਤੀ ਸੀ ਤੇ ਉਹਨਾਂ ਨੂੰ ਵੀ ਦਰਖਾਸਤ ਦਿੱਤੀ ਸੀ ਕਿ ਉਹਨਾਂ ਨੇ, ਮੇਰਾ ਖਿਆਲ ਹੈ ਕਿ ਇਹਦੇ ਉੱਤੇ ਕੋਈ ਇਨਕੁਆਇਰੀ ਕਰਨ ਬਾਰੇ ਵੀ ਕਿਹਾ ਹੈ ਕਿ ਨਾਲ ਦੀ ਨਾਲ ਜਿਹੜੀ SGPC ਨੂੰ ਵੀ ਇਹਦੇ ਬਾਰੇ ਦੱਸਿਆ ਜਾਵੇ ਤੇ ਨਾਲ ਜਿਹੜੀਆਂ ਸਿੱਖ ਜਥੇਬੰਦੀਆਂ ਨੂੰ ਵੀ ਇਹਦੇ ਬਾਰੇ ਇਨਵੋਲਵ ਕੀਤਾ ਜਾਵੇ। ਪਰ ਮਸਲਾ ਤਾਂ ਇਹ ਹੈਗਾ ਕਿ ਲੜਕੀ ਨੂੰ ਕਾਲਜ ਨਹੀਂ ਜਾਣ ਦਿੱਤਾ ਜਾ ਰਿਹਾ। ਪਹਿਲਾਂ ਹੀ ਡਰ ਮਤਲਬ ਖਦਸ਼ਾ ਸੀਗਾ ਕਿ ਜੇ ਇਸ ਵੇਲੇ ਹਿਜਾਬ ਤੇ ਪਾਬੰਦੀ ਲੱਗ ਗਈ ਹੈ ਤਾਂ ਫਿਰ ਹੌਲੀ ਹੌਲੀ ਪੱਗ ਤੇ ਵੀ ਪਾਬੰਦੀ ਲੱਗੇਗੀ। ਤੇ ਇਹ ਮਸਲਾ ਤਕਰੀਬਨ ਇਹ ਗੱਲ ਸੱਚ ਵੀ ਹੋਈ। ਕੱਲ੍ਹ ਦਾ ਵਾਰ-ਵਾਰ ਜ਼ਿਕਰ ਵੀ ਹੋ ਰਿਹਾ। ਜਿਹੜੇ ਸੁਨੀਲ ਜਾਖੜ ਹੈਗੇ ਨੇ, ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਨੇ ਪਹਿਲਾਂ, ਉਹ ਅਕਸਰ ਸਿੱਖ ਮਸਲਿਆਂ ਤੇ ਕਾਫੀ
ਮਤਲਬ ਬੜੇ ਜ਼ੋਰ ਸ਼ੋਰ ਨਾਲ ਉਠਾਉਂਦੇ ਨੇ। ਕੱਲ ਉਹਨਾਂ ਨੇ ਵੀ ਇਸ ਮਸਲੇ ਨੂੰ ਉਠਾਇਆ ਹੈ। ਉਹਨੇ ਕਿਹਾ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਸੀਗਾ ਕਿ ਗੱਲ ਕੱਲੀ ਹਿਜਾਬ ਤੇ ਨਹੀਂ ਰੁਕਣੀ, ਗੱਲ ਅੱਗੇ ਵੀ ਵੱਧ ਜਾਏਗੀ। ਤੇ ਮੈਂ ਜਿਹੜੀ ਗੱਲ ਕਹਿੰਦਾ ਸੀ ਵੀ ਇਹ ਗੱਲ ਪੱਗ ਤੱਕ ਆ ਜਾਏਗੀ, ਤਾਂ ਉਹੀ ਗੱਲ ਸੱਚ ਹੋਈ ਹੈ। ਤੇ ਇਸ ਕਰਕੇ ਉਹਨਾਂ ਨੇ ਵੀ ਕੱਲ ਕਿਹਾ ਕਿ ਇਹ ਜਿਹੜਾ ਮਸਲਾ ਹੈਗਾ ਇਹਨੂੰ ਬਿਲਕੁਲ ਬੜਾ ਸੀਰੀਅਸਲੀ, ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਸਾਰੇ ਬੰਦਿਆਂ ਨੂੰ ਉਠਾਉਣਾ ਚਾਹੀਦਾ ਹੈ। ਖਾਸ ਕਰਕੇ ਜਦੋਂ ਅਮਿਤ ਸ਼ਾਹ ਮਿਲੇ ਸੀਗੇ, ਉਹਨਾਂ ਨੇ ਜ਼ਿਕਰ ਕੀਤਾ ਹੈ ਗਿਆਨੀ ਜੀ ਨੂੰ, ਖਾਲਸਾ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈਗੇ ਨੇ ਆਪਣੇ, ਵੀ ਸ਼ਾਇਦ ਮੈਨੂੰ ਲੱਗਦਾ ਕਿ ਉਦੋਂ ਉਹਨਾਂ ਨੇ ਗੱਲ ਇਹਨਾਂ ਨਾਲ ਕੀਤੀ ਹੋਣੀ ਜ਼ਰੂਰ, ਪਰ ਹੁਣ ਤਾਂ ਇਹ ਮਸਲਾ ਜਿਹੜਾ ਕੌਮੀ ਪੱਧਰ ਤੇ ਬਹੁਤ ਵੱਡੀ ਇੱਕ ਤੂਲ ਪਕੜ ਗਿਆ ਹੈ। ਸੋ ਇਸ ਕਰਕੇ ਇਸ ਵੇਲੇ ਕਹਿੰਦਾ ਮੇਰਾ ਖਿਆਲ ਹੈ ਕਿ ਜਿਹੜੀ ਸਿੱਖ ਭਾਈਚਾਰਾ ਹੈਗਾ ਉਹਦੇ ਵਿੱਚ ਰੋਸ ਹੈ ਇਸ ਮੁੱਦੇ ਤੇ। ਕੱਲ ਜਦੋਂ ਦੀਪ ਸਿੱਧੂ ਦਾ ਭੋਗ ਦੀ ਸੈਰੇਮਨੀ ਸੀਗੀ ਤੇ ਜਦੋਂ ਉਹਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਸੀ, ਉੱਥੇ ਵੀ ਇਹ ਵਾਰ-ਵਾਰ ਮਸਲਾ ਉਠਾਇਆ ਜਾ ਰਿਹਾ ਸੀ। ਸ਼ਾਇਦ ਦੀਪ ਸਿੱਧੂ ਨੇ ਵੀ ਕਿਹਾ ਸੀਗਾ ਕਿ ਇਹ ਗੱਲ ਹਿਜਾਬ ਦੀ ਨਹੀਂ, ਹਿਜਾਬ ਤੇ ਨਹੀਂ ਰੁਕਣੀ ਤੇ ਇਹ ਗਾਹਾਂ ਗੱਲ ਪੱਗ ਤੱਕ ਚਲੀ ਜਾਣੀ ਹੈ। ਤਾਂ ਉੱਥੇ ਵੀ ਕੱਲ੍ਹ ਇਹਦਾ ਮੇਰਾ ਖਿਆਲ ਹੈ ਕਿ ਕਾਫੀ ਵੱਡੇ ਪੱਧਰ ਤੇ ਜ਼ਿਕਰ ਹੋਇਆ। ਕੁਝ ਚੈਨਲ ਮੈਂ ਦੇਖਿਆ ਕਿ ਇਸ ਗੱਲ ਨੂੰ ਚਲਾ ਰਹੇ ਸੀਗੇ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਬਹੁਤ ਵੱਡਾ ਇਸ਼ੂ ਬਣ ਗਿਆ ਹੈ। ਤੇ ਤੁਹਾਨੂੰ ਪਤਾ ਹੀ ਹੈ, ਆਪਣੇ ਸਾਰੇ ਸਰੋਤਿਆਂ ਨੂੰ ਵੀ ਪਤਾ ਇਸ ਗੱਲ ਦਾ ਕਿ ਜਿਹੜੀ ਦਸਤਾਰ ਹੈਗੀ ਉਹ ਇੱਕ ਸਿੱਖ ਜਿਹੜੀ ਰਹਿਤ ਮਰਜ਼ਾਦਾ ਉਹਦੇ ਵਿੱਚ ਸਭ ਤੋਂ ਮਤਲਬ ਕਹਿੰਦਾ ਉਹਦੇ ਵਿੱਚ ਆਉਂਦੀ ਹੈਗੀ। ਉਹਦੇ ਵਿੱਚ ਕਿਉਂਕਿ ਜਿਹੜੇ ਸਿੱਖ ਅੰਮ੍ਰਿਤਧਾਰੀ ਸਿੱਖ ਹੈਗੇ ਉਹ ਤਾਂ ਦਸਤਾਰ ਤੋਂ ਬਿਨਾਂ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਕਿ ਉਹ ਦਸਤਾਰ ਤੋਂ ਬਿਨਾਂ ਜਾਣ। ਜਿਹੜੀਆਂ ਅੱਜ ਕੱਲ੍ਹ ਲੜਕੀਆਂ ਵੀ ਅੰਮ੍ਰਿਤਧਾਰੀ ਨੇ ਪੰਜਾਬ ਵਿੱਚ, ਉਹ ਵੀ ਬਹੁਤ ਸਾਰੀਆਂ ਲੜਕੀਆਂ ਕੀ ਬੰਨ੍ਹ ਕੇ ਰੱਖਦੀਆਂ ਨੇ। ਸੋ ਇਹ ਮਸਲਾ ਇਕੱਲਾ ਕੋਈ ਧਾਰਮਿਕ ਆਜ਼ਾਦੀ ਦਾ ਨਹੀਂ, ਇਹ ਇੱਕ ਰਹਿਣ ਸਹਿਣ ਦਾ, ਸੱਭਿਆਚਾਰ ਦਾ, ਜਿਹੜਾ ਸਿੱਖ ਭਾਈਚਾਰੇ ਦਾ ਇੱਕ ਸੱਭਿਆਚਾਰ ਆ ਉਹਦਾ ਵੀ ਮਸਲਾ। ਧਾਰਮਿਕ ਆਜ਼ਾਦੀ ਦਾ ਮਸਲਾ ਤਾਂ ਹੈ ਹੀ ਹੈ, ਕਿਉਂਕਿ ਜਿਹੜੀ ਪੱਗ ਹੈਗੀ, ਜਿਹੜੀ ਦਸਤਾਰ ਹੈਗੀ, ਉਹ ਸਾਡੀ ਜਿਹੜੀ ਰਹਿਤ ਮਰਜ਼ਾਦਾ ਦਾ ਇੱਕ ਤਰ੍ਹਾਂ ਨਾਲ ਪੂਰਨ ਅੰਗ ਹੈਗੀ। ਮਤਲਬ ਪੂਰਨ ਸਾਡਾ ਹਿੱਸਾ ਹੈ, ਉਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ, ਸਾਡੀ ਲਾਈਫ ਦਾ ਹਿੱਸਾ ਹੈ। ਸਾਡੇ ਜਿਹੜੇ ਪੰਜਾਬ ਦੇ ਲੋਕ ਨੇ, ਖਾਸ ਕਰਕੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਇਕੱਲੇ ਸਿੱਖ ਭਾਈਚਾਰਾ ਵੀ ਨਹੀਂ, ਮੈਂ ਤਾਂ ਕਹਿਣਾ ਕਿ ਪੰਜਾਬ ਦੀ ਪੱਗ ਹੈਗੀ, ਦਸਤਾਰ ਹੈਗੀ, ਉਹ ਪੰਜਾਬ ਦੀ ਵੈਸੇ ਵੀ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਵੀ ਨੇ ਬਹੁਤ ਸਾਰੇ, ਖਾਸ ਕਰਕੇ ਜੇ ਤੁਸੀਂ ਮਾਲਵੇ ਜਾਓ, ਬਠਿੰਡੇ ਵੱਲ ਜਾਓ, ਮਾਨਸਾ ਵੱਲ ਜਾਓ, ਉਹ ਵੀ ਪੱਗ ਬੰਨ੍ਹ ਕੇ ਰੱਖਦੇ ਨੇ। ਜਿਹੜੇ ਬ੍ਰਾਹਮਣ ਭਾਈਚਾਰੇ ਦੇ ਲੋਕ ਹੈਗੇ ਨੇ ਮਾਨਸਾ ਵੱਲ, ਉਹ ਵੀ ਪੱਗ ਬੰਨ੍ਹ ਕੇ ਰੱਖਦੇ ਨੇ। ਇਕੱਲੇ ਤਾਂ ਮਤਲਬ ਪੰਜਾਬ ਦੀ ਇਹਨੂੰ ਕਹਿੰਦੇ ਆ ਕਿ ਅਣਖ ਤੇ ਇੱਜ਼ਤ ਨਾਲ ਜਿਹੜੀ ਪੱਗ ਹੈਗੀ, ਦਸਤਾਰ ਹੈਗੀ, ਉਹ ਪੰਜਾਬ ਦੀ ਅਣਖ ਤੇ ਇੱਜ਼ਤ ਨਾਲ ਵੀ ਜੁੜੀ ਹੋਈ ਆ। ਪੰਜਾਬ ਦੀ ਅਣਖ ਦਾ ਵੀ ਚਿੰਨ੍ਹ ਹੈ, ਪੰਜਾਬ ਦੇ ਲੋਕਾਂ ਦੀ ਅਣਖ ਦਾ ਵੀ ਚਿੰਨ੍ਹ ਹੈਗਾ। ਸੋ ਇਸ ਕਰਕੇ ਜਿਹੜਾ ਇਹ ਮਸਲਾ ਹੈਗਾ, ਇਸ ਨੂੰ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ। ਕੱਲ੍ਹ ਦਾ ਮੈਂ ਕਹਿੰਦਾ ਕਿ ਤਕਰੀਬਨ ਸਾਰੀਆਂ ਜਥੇਬੰਦੀਆਂ ਨੇ ਇਸ ਮਸਲੇ ਨੂੰ ਬੜੇ ਜ਼ੋਰ ਸ਼ੋਰ ਨਾਲ ਉਠਾਇਆ ਹੈ ਤੇ ਮੈਨੂੰ ਲੱਗਦਾ ਕਿ ਅੱਜ ਸ਼ਾਮ ਤੱਕ ਕੋਈ ਨਾ ਕੋਈ ਇਸ ਵੱਲ ਦਾ ਨਿਪਟਾਰਾ ਹੋ ਜਾਏਗਾ। ਇਕੱਲਾ ਇਹ ਲੜਕੀ ਜਿਹੜੀ ਅਮਤੇਸ਼ਵਰ ਹੈਗੀ ਉਹਨਾਂ ਦਾ ਮਸਲਾ ਨਹੀਂ ਹੈਗਾ। ਮੈਨੂੰ ਹੋਰ ਵੀ ਪਤਾ ਲੱਗਿਆ ਕੇਸ, ਹਾਲਾਂਕਿ ਉਹਦਾ ਵਾਲਾ ਅਖਬਾਰਾਂ ਵਿੱਚ ਨਹੀਂ ਆਇਆ। ਇੱਕ ਲੜਕਾ ਉੱਥੇ 6 ਸਾਲ ਦਾ ਬੱਚਾ ਸੀਗਾ, ਉਹ ਮੰਗਲੌਰੂ ਸੀ, ਇਹ ਮੰਗਲੌਰੂ ਦੀ ਗੱਲ ਹੈਗੀ, ਉਹ ਵੀ ਐਡਮਿਸ਼ਨ ਲੈਣ ਵਾਸਤੇ ਗਿਆ ਸੀਗਾ ਤੇ ਉਹਦੇ ਸਿਰ ਤੇ ਪਟਕਾ ਬੰਨਿਆ ਸੀਗਾ। ਉਹ ਪਟਕੇ ਤੋਂ ਬਾਅਦ ਫਿਰ ਉੱਥੇ ਵੀ ਮੇਰਾ ਹਾਲ ਜਿਹੜੀ ਸਕੂਲ ਦੀ ਮੈਨੇਜਮੈਂਟ ਸੀ, ਉਹਨਾਂ ਨੇ ਇਸ ਗੱਲ ਬਾਰੇ ਜ਼ਿਕਰ ਕੀਤਾ ਕਿ ਲੜਕੇ ਦੇ ਪਟਕਾ ਬੰਨਿਆ ਹੈ। ਹੋ ਸਕਦਾ ਹੈ ਕੱਲ੍ਹ ਨੂੰ ਇਹਦੇ ਬਾਰੇ ਸਾਨੂੰ ਕੋਈ ਮੁਸ਼ਕਲ ਆਵੇ, ਜਿਹੜੀ ਅਥਾਰਟੀ ਸਾਨੂੰ ਕਹਿਣ ਕਿ ਤੁਸੀਂ ਬੱਚੇ ਨੂੰ ਇਸ ਤਰ੍ਹਾਂ ਪਟਕਾ ਬੰਨ੍ਹ ਕੇ ਨਹੀਂ ਆਉਣ ਦੇ ਸਕਦੇ ਤੇ ਇਹ ਪਟਕਾ ਉਤਾਰਨਾ ਪਵੇ। ਤਾਂ ਫਿਰ ਉਹਨੇ ਜਿਹੜੇ ਬੱਚੇ ਦੇ ਮਾਤਾ ਪਿਤਾ ਸੀਗੇ, ਉਹਨਾਂ ਨੇ ਕਹਿਤਾ ਕਿ ਨਹੀਂ, ਅਸੀਂ ਤਾਂ ਸਾਡਾ ਬੱਚਾ ਪਟਕਾ ਬੰਨ੍ਹ ਕੇ ਆਏਗਾ। ਤਾਂ ਫਿਰ ਉਹ ਸਕੂਲ ਵਾਲਿਆਂ ਨੇ ਹੁਣ ਸਮਾਂ ਮੰਗਿਆ ਕਿ ਸਾਨੂੰ 27 ਫਰਵਰੀ ਤੱਕ ਇਸ ਗੱਲ ਬਾਰੇ ਅਧਿਕਾਰੀਆਂ ਨਾਲ ਗੱਲ ਕਰਨ ਦਾ ਮੌਕਾ ਦਿਓ ਕਿ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਬੱਚਾ ਜਿਹੜਾ ਪਟਕਾ ਬੰਨ੍ਹ ਕੇ ਆ ਸਕਦਾ ਹੈ, ਉਹਦੇ ਬੰਨ੍ਹਣ ਤੇ ਕੋਈ ਮਨਾਹੀ ਨਹੀਂ। ਇਹ ਵੀ ਮੁੱਦਾ ਉੱਥੇ ਕਰਨਾਟਕਾ ਵਿੱਚ ਚੱਲ ਰਿਹਾ ਹੈਗਾ। ਇਹਦੇ ਬਾਰੇ ਜਿਹੜੇ ਰਾਸ਼ਟਰੀ ਸਿੱਖ ਸੰਗਤ ਹੈਗੇ, ਉਹਦਾ ਕੋਈ ਬਲਵਿੰਦਰ ਸਿੰਘ ਹੈਗੇ ਨੇ ਉੱਥੇ ਸਕੱਤਰ ਕਰਨਾਟਕਾ ਵਿੱਚ, ਉਹਨਾਂ ਨੇ ਕਿਸੇ ਅਖਬਾਰ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਮੈਂ ਤੁਹਾਨੂੰ ਦੱਸਦਾ ਕਿ ਰਾਸ਼ਟਰੀ ਸਿੱਖ ਸੰਗਤ ਜਿਹੜੀ ਹੈਗੀ, ਉਹ ਜਿਹੜੀ RSS ਦੀ ਇੱਕ ਮਤਲਬ ਪਾਰਟ ਹੈਗੀ, ਉਹਦਾ ਅੰਗ ਹੈਗੀ, ਉਹਦਾ ਇੱਕ ਸ਼ਾਖਾ ਹੈਗੀ। ਮਤਲਬ ਉਹਨਾਂ ਨੇ ਇਸ ਗੱਲ ਦਾ ਕਿਸੇ ਅਖਬਾਰ 'ਚ ਛੋਟਾ ਜਿਹਾ ਬਿਆਨ ਮੈਂ ਕਿਤੇ ਪੜ੍ਹਿਆ ਹੈਗਾ, ਬਾਕੀ ਅਖਬਾਰਾਂ 'ਚ ਮੈਂ ਕਿਤੇ ਦੇਖਿਆ ਨਹੀਂ। ਟਾਈਮਜ਼ ਆਫ ਇੰਡੀਆ 'ਚ ਇਹ ਖਬਰ ਆਈ ਹੈਗੀ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਕਹਿੰਦਾ ਇੱਕ ਲੜਕਾ, ਇਹ ਜਿਹੜਾ ਮਸਲਾ ਹੈਗਾ ਉਸ ਲੜਕੀ ਤੱਕ ਹੀ ਸੀਮਿਤ ਨਹੀਂ, ਬਹੁਤ ਸਾਰੇ ਰਾਜ ਹੈਗੇ ਨੇ। ਕਰਨਾਟਕਾ ਵਿੱਚ ਵੀ ਸਿੱਖ ਭਾਈਚਾਰੇ ਦੇ ਲੋਕ ਕਾਫੀ ਹੈਗੇ ਨੇ, ਬੰਗਲੌਰ ਵਿੱਚ ਕਾਫੀ ਹੈਗੇ ਨੇ, ਉੱਥੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਵੀ ਹੈਗਾ। ਜੇ ਬੰਗਲੌਰ ਤੁਸੀਂ ਜਿਹੜਾ ਸੈਂਟਰਲ ਬੰਗਲੌਰ ਹੈਗਾ, ਉਹਦੇ ਵਿੱਚ ਬਹੁਤ ਵੱਡਾ
ਗੁਰਦੁਆਰਾ ਹੈਗਾ ਤੇ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਲੋਕ ਬੰਗਲੌਰ ਵਿੱਚ ਵੀ ਕਰਨਾਟਕਾ ਵਿੱਚ ਵੀ ਰਹਿੰਦੇ ਨੇ। ਫਿਰ ਆਪਣੇ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਨੇ ਉੱਥੇ ਇੰਡਸਟਰੀ ਵਿੱਚ ਜਿਹੜੀ IT ਹੈਗੀ, ਇਨਫੋਰਮੇਸ਼ਨ ਟੈਕਨੋਲੋਜੀ ਦੀ ਇੰਡਸਟਰੀ ਹੈਗੀ, ਉਹਦੇ ਵਿੱਚ ਵੀ ਬਹੁਤ ਕੰਮ ਕਰਦੇ ਹੈਗੇ। ਤੋਂ ਕਾਫੀ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਉਸ ਸਟੇਟ ਵਿੱਚ ਰਹਿੰਦੇ ਨੇ, ਤਾਂ ਕੱਲ ਨੂੰ ਉਹਨਾਂ ਦੇ ਬੱਚਿਆਂ ਨੂੰ ਵੀ ਮੁਸ਼ਕਲ ਆ ਸਕਦੀ ਹੈ ਜੀ। ਧਾਲੀਵਾਲ ਸਾਹਿਬ, ਹੁਣ ਕਰਦੇ ਆ ਗੱਲ ਵੱਡੇ ਬਾਦਲ ਸਾਹਿਬ ਦੀ। ਹੁਸ਼ਿਆਰਪੁਰ ਦੀ ਅਦਾਲਤ ਵਿੱਚ ਕਹਿੰਦੇ ਇਹਨਾਂ ਨੇ 1 ਲੱਖ ਰੁਪਏ ਦਾ ਜਿਹੜਾ ਬੌਂਡ ਭਰਿਆ ਹੈ, ਉਹ ਮਾਮਲਾ ਕੀ ਸੀ ਸਾਰਾ? ਇਹ ਪੁਰਾਣਾ ਮਸਲਾ ਹੈਗਾ ਜੀ, ਕਾਫੀ ਦੇਰ ਤੋਂ ਕੇਸ ਚੱਲ ਰਿਹਾ, 11 ਤਕਰੀਬਨ ਸਾਲ ਹੋ ਗਏ ਚੱਲਦੇ ਨੂੰ। ਪਹਿਲਾਂ ਇਸ ਕੇਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਵੀ ਜ਼ਮਾਨਤ ਲਈ ਹੋਈ ਹੈ ਤੇ ਨਾਲ ਜਿਹੜੇ ਡਾਕਟਰ ਦਲਜੀਤ ਚੀਮਾ ਹੈਗੇ ਉਹਨਾਂ ਦੀ ਵੀ ਇਸ ਕੇਸ ਵਿੱਚ ਜ਼ਮਾਨਤ ਹੋਈ ਹੈ। ਇਹ ਬਲਵੰਤ ਸਿੰਘ ਖੇੜਾ ਇੱਕ ਹੈਗੇ ਨੇ, ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਇਲਾਕੇ ਦੇ ਹੈਗੇ ਨੇ। ਉਹਨਾਂ ਨੇ ਕੇਸ ਕੀਤਾ ਸੀਗਾ ਕਿ ਜਿਹੜਾ ਸੰਵਿਧਾਨ ਅਕਾਲੀ ਦਲ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਪੇਸ਼ ਕੀਤਾ ਹੈਗਾ, ਇਹ ਮਤਲਬ ਗਲਤ ਐਫੀਡੇਵਿਟ ਦੇ ਕੇ ਦਿੱਤਾ ਹੈਗਾ ਤੇ ਉਹਨਾਂ ਨੇ ਫਿਰ ਇਹਦੇ ਬਾਰੇ ਫਰਾਡ ਦਾ ਕੇਸ ਜਾਂ ਫੋਰਜਰੀ ਦਾ ਕੇਸ ਕਹਿ ਲਓ ਕਿ ਉਹਨਾਂ ਨੇ ਅਦਾਲਤ ਵਿੱਚ ਕਰਤਾ ਸੀ। ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਦੇ 2 ਸੰਵਿਧਾਨ ਨੇ ਵੱਖਰੇ ਵੱਖਰੇ, ਜਿਹੜਾ ਸੰਵਿਧਾਨ ਉੱਥੇ ਦਿੱਤਾ ਹੈਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਉਹ ਵੱਖਰਾ ਹੈ, ਜਿਹੜਾ ਇਹਦਾ ਪਾਰਟੀ ਦਾ ਸੰਵਿਧਾਨ ਹੈਗਾ ਉਹ ਵੱਖਰਾ ਹੈਗਾ। ਸੋ ਉਸ ਤੋਂ ਬਾਅਦ ਫਿਰ ਇਹ ਫਰਾਡ ਕੇਸ ਜਿਹੜਾ ਹੈਗਾ ਜਾਂ ਫੋਰਜਰੀ ਦਾ ਕੇਸ ਜਿਹੜਾ ਹੈਗਾ ਕਾਫੀ ਦੇਰ ਤੋਂ ਚੱਲ ਰਿਹਾ ਸੀਗਾ। ਕੱਲ ਫਿਰ ਬਾਦਲ ਸਾਹਿਬ ਜਿਹੜੇ ਹੈਗੇ ਨੇ ਕਿ ਉਹ ਕੱਲ ਕੋਰਟ ਵਿੱਚ ਗਏ ਤੇ ਉਹਨਾਂ ਨੇ ਕੱਲ ਕੋਰਟ ਨੇ ਸੰਮਨ ਜਾਰੀ ਕੀਤੇ ਹੋਏ ਸੀ ਪੇਸ਼ ਹੋਣ ਵਾਸਤੇ। ਉਹਨਾਂ ਨੂੰ ਕਿਹਾ ਹੋਇਆ ਸੀਗਾ, ਹਾਲਾਂਕਿ ਉਹਨਾਂ ਨੂੰ ਪੇਸ਼ੀ ਤੋਂ ਪਹਿਲਾਂ ਛੋੜ ਦਿੱਤੀ ਸੀ, ਪਰ ਜ਼ਮਾਨਤ ਕਰਾਉਣ ਵਾਸਤੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਹੋਣਾ ਹੀ ਪੈਣਾ ਸੀਗਾ। ਤਾਂ ਕੱਲ ਸਵੇਰੇ ਉਹਨਾਂ ਨੇ 1 ਲੱਖ ਰੁਪਏ ਦਾ ਜਿਹੜਾ ਬੌਂਡ ਹੈਗਾ ਉਹ ਭਰ ਕੇ ਕਹਿੰਦਾ ਆਪਣੀ ਉਹਨਾਂ ਦੀ ਜ਼ਮਾਨਤ ਹੋ ਗਈ ਹੈ ਤੇ ਨਾਲ ਪਹਿਲਾਂ 2 ਬੰਦਿਆਂ ਦੀ ਹੋਰ ਵੀ ਜ਼ਮਾਨਤ ਹੋਈ ਹੈ। ਕੇਸ ਇਹ ਜਿਹੜਾ ਬਲਵੰਤ ਸਿੰਘ ਖੇੜਾ ਹੈਗੇ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਅਕਾਲੀ ਦਲ ਨੇ ਫਰਾਡ ਕੀਤਾ ਹੈਗਾ, ਗਲਤ ਬਿਆਨੀ ਕੀਤੀ ਹੈਗੀ ਹੈ, ਗਲਤ ਐਫੀਡੇਵਿਟ ਦਿੱਤਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ। ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਮੇਰੇ ਖਿਆਲ ਹੈ ਕਿ ਉਹਦੇ ਵਿੱਚ ਜਿਹੜੇ ਸੰਵਿਧਾਨ ਵਿੱਚ ਕੁਝ ਗੱਲਾਂ ਮੈਂਸ਼ਨ ਕਰਨੀਆਂ ਹੁੰਦੀਆਂ ਸੈਕੂਲਰਿਜ਼ਮ ਦੀ ਜਾਂ ਡੈਮੋਕ੍ਰੇਟਿਕ ਦੀ, ਉਹ ਗੱਲਾਂ ਸ਼ਾਇਦ ਉਸ ਸੰਵਿਧਾਨ ਵਿੱਚ ਨਹੀਂ ਸੀਗੀਆਂ ਜਾਂ ਕੋਈ ਇਸ ਤਰ੍ਹਾਂ ਦੀਆਂ ਵਿੱਚੋਂ ਕੋਈ ਉਹਨਾਂ ਨੇ ਤਕਨੀਕੀ ਗੱਲਾਂ ਲੈ ਕੇ ਕੇਸ ਕੀਤਾ ਹੋਇਆ। ਕਾਫੀ ਦੇਰ ਤੋਂ ਲੜਾਈ ਲੜ ਰਹੇ ਨੇ। ਹਾਲਾਂਕਿ ਬਲਵੰਤ ਸਿੰਘ ਖੇੜਾ ਵੀ ਮੇਰਾ ਖਿਆਲ ਹੈ ਇਸ ਵੇਲੇ 90 ਸਾਲ ਤੋਂ ਉੱਪਰ ਹੋ ਗਏ ਨੇ, ਪਰ ਉਹ ਲਗਾਤਾਰ 11 ਸਾਲ ਤੋਂ ਇਸ ਕੇਸ ਦੇ ਮਗਰ ਲੱਗੇ ਹੋਏ ਨੇ। ਉਹਨਾਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਪਹਿਲਾਂ ਬਹੁਤ ਸਾਰੀਆਂ ਰਿਪਰੈਜ਼ੈਂਟੇਸ਼ਨ ਦਿੱਤੀਆਂ ਸੀਆਂ ਤੇ ਨਾਲ ਕੋਰਟ 'ਚ ਵੀ ਕੇਸ ਪਾਇਆ ਹੋਇਆ ਜੀ। ਬਲਵੰਤ ਸਿੰਘ ਖੇੜਾ ਨੇ ਮਾਲਟਾ ਕਿਸ਼ਤੀ ਕਾਂਡ ਦੇ ਬਾਰੇ ਕਾਫੀ ਕੰਮ ਕੀਤਾ ਹੈਗਾ। ਮੈਨੂੰ ਯਾਦ ਹੈ ਜਦੋਂ ਇੰਡੀਆ ਸੀ ਕਾਫੀ ਖਬਰਾਂ ਲਾਉਂਦਾ ਰਿਹਾ ਮੈਂ ਇਹਨਾਂ ਦੀਆਂ। ਜੀ 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 ਬਿਲਕੁਲ ਉਹੀ ਬੰਦੇ ਨੇ, ਬਿਲਕੁਲ ਉਹੀ ਆਦਮੀ ਨੇ ਜੀ। ਧਾਲੀਵਾਲ ਸਾਹਿਬ, ਪੰਜਾਬੀ 'ਚ ਇੱਕ ਕਹਾਵਤ ਹੈ, ਕਹਿੰਦੇ ਵੀ ਹੁਣ ਪਛਤਾਇਆ ਕੀ ਬਣੇ ਜਦੋਂ ਚਿੜੀਆਂ ਚੋਗੀਆਂ ਖੇਤ। ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਵੀ ਕਾਂਗਰਸ ਦੇ ਵਿੱਚ ਜਿਹੜੀ ਅੰਦਰੂਨੀ ਲੜਾਈ ਚੱਲ ਰਹੀ ਹੈ, ਹੁਣ ਕਹਿੰਦੇ ਕਾਂਗਰਸ ਹਾਈ ਕਮਾਂਡ ਦੇ ਕੰਨੀ ਗੱਲ ਪਈ ਹੈ ਤੇ ਹੁਣ ਫਿਕਰਾਂ 'ਚ ਡੁੱਬੀ ਪਈ ਹੈ। ਹੁਣ ਫਿਕਰ ਕਰਨ ਦਾ ਕੀ ਫਾਇਦਾ? ਹੁਣ ਤਾਂ ਜਿਹੜੀਆਂ ਵੋਟਾਂ ਪਹਿਲੀਆਂ ਪੰਜਾਬ ਵਿੱਚ ਤਾਂ ਸਾਰਾ ਪਾਰ ਨਤਾਰਾ ਹੋ ਲਿਆ, ਹੁਣ ਤਾਂ ਸਾਰਾ ਕੁਝ ਡੱਬਿਆਂ 'ਚ ਬੰਦ ਪਿਆ ਹੈਗਾ। ਤੇ ਹੁਣ ਕੀ ਕਹਿੰਦੇ ਆ ਵੀ ਇੱਕ ਦੂਜੇ ਖਿਲਾਫ ਬਿਆਨ ਤੋਂ ਹੁਣ ਵਰਜਣ ਦੀ ਗੱਲ ਕਹੀ ਹੈ ਹਾਈ ਕਮਾਂਡ ਨੇ। ਦੇਖੋ, ਗਿਣਤੀਆਂ ਚੱਲ ਰਹੀਆਂ ਕਾਂਗਰਸ ਵਿੱਚ। ਕਦੇ ਉਹ ਕਹਿੰਦੇ ਵੀ ਸਾਡੀਆਂ 45 ਸੀਟਾਂ ਆਉਣਗੀਆਂ, ਕਦੇ ਘਟਾ ਕੇ 5 ਕਹਿੰਦੇ ਵੀ 40 ਆ ਸਕਦੀਆਂ, ਕਈ ਵਾਰੀ 45 ਤੋਂ ਵਧਾ ਕੇ 50 ਕਰ ਲੈਂਦੇ ਨੇ ਤੇ ਇਸ ਤਰ੍ਹਾਂ ਆਪਸ ਵਿੱਚ ਲੱਗੇ ਹੋਏ ਨੇ। ਮਤਲਬ ਵੀ ਉਹਨਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੋ ਸਕਦਾ ਵੀ ਅਸੀਂ ਜਿਹੜੀ ਨੰਬਰ 1 ਪਾਰਟੀ ਆ ਜਾਈਏ ਤੇ ਸਾਡੀ ਸਰਕਾਰ ਬਣ ਜਾਏ। ਜੇ 5-10 ਬੰਦਿਆਂ ਦੀ ਇੱਧਰ ਉੱਧਰ ਕੋਈ ਲੋੜ ਪਵੇਗੀ ਉਹ ਤੋਂ ਲੈ ਲਾਂਗੇ, ਮਤਲਬ ਇੱਧਰ ਉੱਧਰ ਕਰ ਲਾਂਗੇ ਇਕੱਠੇ। ਇਸ ਤਰ੍ਹਾਂ ਦੀ ਗਿਣਤੀ ਪਾਰਟੀ ਵੀ ਚੱਲ ਰਹੀ ਹੈ। ਕਦੇ ਇਕੱਠੇ ਬਹਿ ਕੇ ਹਿਸਾਬ ਲਾਉਂਦੇ ਨੇ, ਫਿਰ ਕਦੇ ਸੀਟ ਵਾਈਜ਼ ਹਿਸਾਬ ਲਾਉਂਦੇ ਨੇ। ਸੋ ਇਸ ਤਰ੍ਹਾਂ ਦੀਆਂ ਮਤਲਬ ਜਿਹੜੀ ਕਾਰਵਾਈ ਪਿਛਲੇ 3-4 ਦਿਨ ਤੋਂ ਚੱਲ ਰਹੀ ਹੈ। ਨਾਲ ਫਿਰ ਉਹ ਕਹਿੰਦੇ ਵੀ ਜੇ ਫਰਜ਼ ਕਰੋ ਹੁਣ ਇੱਕ ਦੂਜੇ ਨਾਲ ਲੜ ਪਏ ਤੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਸ਼ੁਰੂ ਹੋ ਗਈ, ਜਿਸ ਤਰ੍ਹਾਂ ਕਿ ਜਿਹੜੇ ਔਜਲਾ ਸਾਹਿਬ ਹੈਗੇ ਉੱਥੋਂ ਦੇ ਆਪਣਾ ਗੁਰਜੀਤ ਔਜਲਾ ਅੰਮ੍ਰਿਤਸਰ ਵਾਲੇ, ਉਹਨਾਂ ਨੇ ਗੁਰਜੀਤ ਔਜਲਾ, ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ, ਉਹਦੇ ਬਾਅਦ ਫਿਰ ਸਿੱਧੂ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਸੀ ਜਾਂ ਉਹਦੇ ਮੀਡੀਆ ਐਡਵਾਈਜ਼ਰ ਨੇ ਬਿਆਨ ਦਿੱਤਾ ਸੀ ਵੀ ਇਸ ਤਰ੍ਹਾਂ ਦੀ ਜਿਹੜੀ ਜੇ ਤੂੰ ਮੈਂ ਚੱਲ ਵੀ ਤਾਂ ਫਿਰ ਬੰਦੇ ਇਕੱਠੇ ਰੱਖਣੇ ਔਖੇ ਹੋ ਜਾਣਗੇ। ਤਾਂ ਪਹਿਲਾਂ ਹੀ ਨਾ ਖਲਾਰਾ ਪਾ ਲਈਏ 10 ਮਾਰਚ ਤੋਂ ਕਿ ਜਦੋਂ ਆਪਣਾ ਰਿਜ਼ਲਟ ਆਉਣੇ ਨੇ ਜਿਸ ਦਿਨ। ਤਾਂ ਇਸ ਕਰਕੇ ਪਾਰਟੀ ਹਾਈ ਕਮਾਂਡ ਨੇ ਕਿਹਾ ਯਾਰ ਤੁਸੀਂ ਇਸ ਸਟੇਜ ਤੇ ਨਾ ਲੜੋ, ਪਹਿਲਾਂ ਹੀ ਲੜ ਕੇ ਬਹੁਤ ਨੁਕਸਾਨ ਕਰਵਾ ਲਿਆ, ਮੇਣੋ ਮੇਣੀ ਹੁੰਦੇ ਰਹੇ ਤੇ ਉਦੋਂ ਹੀ ਬਹੁਤ ਸਾਰਾ ਜਿਹੜਾ ਪਾਰਟੀ ਨੂੰ ਉਹਨਾਂ ਦਿਨਾਂ ਵਿੱਚ ਹੀ ਬਹੁਤ ਨੁਕਸਾਨ ਪਹੁੰਚਿਆ ਹੈ। ਤੇ ਹੁਣ ਜੇ ਕੱਲ ਨੂੰ ਕੋਈ
ਪਾਰਟੀ ਦੀ ਮਾੜੀ ਮੋਟੀ ਸਰਕਾਰ ਬਣਨ ਦੇ ਚਾਂਸ ਵੀ ਹੋਏ ਤਾਂ ਕਿ ਫਿਰ ਕਿ ਜੇ ਲੜ ਪਏ ਆਸ ਵਿੱਚ ਤਾਂ ਮੁੜ ਕੇ ਇਕੱਠੇ ਨਹੀਂ ਹੋਣਾ। ਤਾਂ ਪਾਰਟੀ ਹਾਈ ਕਮਾਂਡ ਨੂੰ ਇਸ ਤਰ੍ਹਾਂ ਦਾ ਫਿਕਰ ਸੀਗਾ। ਮੇਰਾ ਖਿਆਲ ਹੈ ਕਿ ਉਸ ਕਰਕੇ ਪਾਰਟੀ ਹਾਈ ਕਮਾਂਡ ਨੇ ਹਦਾਇਤ ਦਿੱਤੀ ਆ ਸਾਰਿਆਂ ਨੂੰ ਵੀ ਤੁਸੀਂ ਘੱਟੋ ਘੱਟ ਇੱਕ ਦੂਜੇ ਦੇ ਖਿਲਾਫ ਬਿਆਨ ਨਹੀਂ ਦੇਣੇ ਤੇ ਇੱਕ ਦੂਜੇ ਦੇ ਖਿਲਾਫ ਬੋਲਣਾ ਨਹੀਂ। ਸੋ ਕੱਲ ਦਾ ਕੋਈ ਇਸ ਤਰ੍ਹਾਂ ਦਾ ਬਿਆਨ ਨਹੀਂ ਆਇਆ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਿਹੜੇ ਸਿਆਸਤਦਾਨ ਹੈ ਇਹਨਾਂ ਦੇ ਜੇ ਇਹ ਬਿਆਨ ਨਾ ਦੇਣ ਤਾਂ ਕਈ ਵਾਰ ਇਹਨਾਂ ਦੇ ਆਪ ਦੇ ਰੋਟੀ ਹਜਮ ਨਹੀਂ ਆਉਂਦੀ। ਇਹਨਾਂ ਨੇ ਕੁਛ ਨਾ ਕੁਛ ਤਾਂ ਕਹਿਣਾ ਹੀ ਹੁੰਦਾ ਹੈ। ਇੱਕ ਦੋ ਦਿਨ ਚੁੱਪ ਰਹੇਗੀ, ਠੰਡ ਠੇਰਾ ਰਹੇਗਾ, ਫਿਰ ਤੁਸੀਂ ਦੇਖੋਗੇ ਕਿ 2 ਦਿਨ 3 ਦਿਨਾਂ ਬਾਅਦ ਫਿਰ ਕੋਈ ਨਾ ਕੋਈ ਭੜਾਕਾ ਪੈਣ ਦਾ ਤੁਹਾਨੂੰ ਨਜ਼ਰ ਆਏਗਾ। ਸੋ ਇਹ ਜਿਹੜੀ ਗੱਲਬਾਤ ਚੱਲ ਰਹੀ ਹੈ ਮਤਲਬ ਮੈਨੂੰ ਲੱਗਦਾ ਹਾਈ ਕਮਾਂਡ ਚਾਹੁੰਦੀ ਹੈ ਕਿ ਇਸ ਵੇਲੇ ਤਾਂ ਥੋੜਾ ਮੋਟਾ ਇਹਨਾਂ ਨੂੰ ਕਾਬੂ ਕੀਤਾ ਜਾਵੇ, ਥੋੜਾ ਮੋਟਾ ਇਹਨਾਂ ਨੂੰ ਕਿਹਾ ਵੀ ਠੰਡ ਰੱਖੋ, ਹਲੇ ਦਾ ਰਿਜ਼ਲਟ ਆਉਣੇ ਨੇ। ਤਾਂ ਇਸ ਕਰਕੇ ਸਾਰੀ ਕਾਰਵਾਈ ਜਿਹੜੀ ਹੈ ਉਹਨਾਂ ਨੇ ਕੀਤੀ ਹੈ ਜੀ। ਸੋ ਫਿਲਹਾਲ ਲਗਾਮ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ, ਇਹ ਕਹਿ ਕੇ। ਗੱਲ ਕਰਦੇ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ। ਹੁਣ ਇੱਥੇ ਕੀ ਨਵਾਂ ਪੰਗਾ ਪੈ ਗਿਆ ਜਿਹਦੇ ਕਾਰਨ ਪੰਜਾਬ ਨੂੰ ਝਟਕਾ ਲੱਗ ਸਕਦਾ ਹੈ? ਇਹ ਬੜੀ ਚਿੰਤਾ ਵਾਲੀ ਗੱਲ ਹੈ ਜੀ। ਦੇਖੋ ਭਾਖੜਾ ਬਿਆਸ ਮੈਨੇਜਮੈਂਟ ਪਹਿਲਾਂ ਤਾਂ ਜਿਹੜਾ ਇਹ ਆਪਣੇ ਕੋਲੇ ਕੰਟਰੋਲ ਹੁੰਦਾ ਸੀ, ਪਰ 1966 ਵਿੱਚ ਜਦੋਂ ਪੰਜਾਬ ਦੀ ਜਿਹੜੀ ਆਪਣਾ ਹਰਿਆਣਾ ਵੱਖਰਾ ਹੋਇਆ, ਰੀਆਰਗੇਨਾਈਜ਼ ਹੋਇਆ, ਪੰਜਾਬ ਵੱਖਰਾ ਬਣ ਗਿਆ, ਹਿਮਾਚਲ ਦੇ ਕੁਝ ਹਿੱਸੇ ਉੱਧਰ ਚਲੇ ਗਏ, ਤਾਂ ਉਦੋਂ ਜਾਣ ਬੁੱਝ ਕੇ ਉਦੋਂ ਮਤਲਬ ਵੀ ਇਹ ਕਹਿੰਦਾ ਇਹਨੂੰ ਹਿਮਾਚਲ 'ਚ ਕਰਤਾ ਗਿਆ। ਤਾਂ ਇਸ ਵੇਲੇ ਜਿਹੜਾ ਭਾਖੜਾ ਡੈਮ ਹੈਗਾ ਉਹ ਹਿਮਾਚਲ ਵਿੱਚ ਹੈਗਾ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਫਿਰ ਇਹਦਾ ਪ੍ਰਬੰਧ ਵਾਸਤੇ ਇੱਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਦਿੱਤਾ। ਤਾਂ ਉਹਦੇ ਬੋਰਡ ਵਿੱਚ ਜਿਹੜੇ ਮੈਂਬਰ ਲੱਗਦੇ ਸੀਗੇ, ਜਿਹੜਾ ਮੈਂਬਰ ਪਾਵਰ ਹੁੰਦਾ ਹੈ ਉਹ ਹਮੇਸ਼ਾ ਪੰਜਾਬ ਤੋਂ ਲੱਗਦਾ ਹੈ, ਜਿਹੜਾ ਮੈਂਬਰ ਇਰੀਗੇਸ਼ਨ ਹੈ ਉਹ ਹਰਿਆਣੇ ਤੋਂ ਲੱਗਦਾ ਹੈ। ਹਾਲਾਂਕਿ ਪੰਜਾਬ ਕਈ ਵਾਰੀ ਕਹਿ ਚੁੱਕਿਆ ਹੈ ਕਿ ਮੈਂਬਰ ਇਰੀਗੇਸ਼ਨ ਇਹ ਟਰਨ ਬਾਈ ਟਰਨ ਹੋਣਾ ਚਾਹੀਦਾ। 3 ਸਾਲ ਲਈ ਪੰਜਾਬ ਦਾ ਮੈਂਬਰ ਇਰੀਗੇਸ਼ਨ ਹੋਣਾ ਚਾਹੀਦਾ ਕਿਉਂਕਿ ਪੰਜਾਬ ਵਿੱਚ ਸਿੰਜਾਈ ਦਾ ਬਹੁਤ ਵੱਡਾ ਮਸਲਾ ਹੈਗਾ। ਤੇ ਨਾਲ ਹੀ ਜਿਹੜਾ ਮੈਂਬਰ ਪਾਵਰ ਹੈ ਉਹ ਹਰਿਆਣੇ ਕੋਲੇ 3 ਸਾਲ ਹੋਣਾ ਚਾਹੀਦਾ। ਇਸ ਤਰ੍ਹਾਂ ਇੱਕ ਟਰਨ ਬਾਈ ਟਰਨ ਮਤਲਬ ਹੋਣਾ ਚਾਹੀਦਾ। ਪਰ ਹੁਣ ਕੇਂਦਰ ਸਰਕਾਰ ਨੇ ਤਾਂ ਨਿਯਮਾਂ 'ਚ ਸੋਧ ਹੀ ਕਰਤੀ ਕਿ ਜ਼ਰੂਰੀ ਨਹੀਂ ਕਿ ਪੰਜਾਬ ਦਾ ਮੈਂਬਰ ਪਾਵਰ ਹੋਵੇ ਜਾਂ ਹਰਿਆਣੇ ਦਾ ਮੈਂਬਰ ਪਾਵਰ ਹੋਵੇ ਜਾਂ ਹਰਿਆਣੇ ਦਾ ਮੈਂਬਰ ਇਰੀਗੇਸ਼ਨ ਹੋਵੇ। ਸੋ ਉਹਨਾਂ ਨੇ ਤਾਂ ਸੋਧ ਹੀ ਕਰਤੀ ਕਿ ਇਹ ਜਿਹੜੇ ਬੰਦੇ ਹੈਗੇ ਨੇ ਇਹ ਬਾਹਰੋਂ ਵੀ ਲਿਆ ਕੇ ਲਾਏ ਜਾ ਸਕਦੇ ਨੇ। ਮਤਲਬ ਦੂਸਰੇ ਰਾਜਾਂ 'ਚੋਂ ਵੀ ਕੋਈ ਜੇ ਚੀਫ ਇੰਡੀਆ ਜਾਂ ਇੰਜੀਨੀਅਰ ਇਨ ਚੀਫ ਰਿਟਾਇਰ ਹੁੰਦਾ ਹੈ, ਜੇ ਉਹ ਕੰਪੀਟੈਂਟ ਹੈ ਜਾਂ ਉਹਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਉਹਨੂੰ ਇੱਥੇ ਆ ਕੇ ਮਤਲਬ ਮੈਂਬਰ ਪਾਵਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਲਾਇਆ ਜਾ ਸਕਦਾ ਹੈ। ਸੋ ਇਹ ਜਿਹੜੀ ਰੂਲ ਦੀ ਚੇਂਜ ਹੋਈ ਹੈ, ਤਬਦੀਲੀ ਹੋਈ ਹੈ, ਉਹਦੇ ਕਰਕੇ ਪੰਜਾਬ ਵਾਸਤੇ ਚਿੰਤਾ ਵਧਣੀ ਚਾਹੀਦੀ ਹੈ। ਜੇ ਖਾਸ ਕਰਕੇ ਬਾਹਰੋਂ ਬੰਦੇ ਆ ਕੇ ਇੱਥੇ ਲੱਗਣ ਲੱਗ ਗਏ ਤਾਂ ਫਿਰ ਪੰਜਾਬ ਦਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਇੱਥੇ ਜਿਹੜੀ ਰੇਸ਼ੋ ਹੈਗੀ ਜਿਹੜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਹੈਗੇ ਨੇ ਉਹ ਆਪਣੇ ਹੀ ਮੁਲਾਜ਼ਮ ਲੱਗਦੇ ਨੇ, ਜਾਂ ਆਪਣੇ ਲੱਗਦੇ ਨੇ ਜਾਂ ਪੰਜਾਬ ਦੇ ਲੱਗਦੇ ਨੇ ਜਾਂ ਹਰਿਆਣੇ ਦੇ ਲੱਗਦੇ ਨੇ। ਉਹੀ ਜਿਹੜੀ ਪੁਰਾਣੀ ਇੱਕ 60-40 ਰੇਸ਼ੋ ਹੈਗੀ ਉਹਦੇ ਮੁਤਾਬਕ ਲਾਉਣੇ ਹੁੰਦੇ ਨੇ। ਪਰ ਪੰਜਾਬ ਦੀ ਨਾਕਾਮੀ ਦੇਖੋ, ਪੰਜਾਬ ਸਰਕਾਰ ਦੀ ਨਾਕਾਮੀ ਦੇਖੋ ਵੀ ਇਹ ਅਫਸਰ ਡੈਪੂਟੇਸ਼ਨ ਦੇ ਭੇਜਦੇ ਨੇ ਉੱਥੇ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਖਾਲੀ ਪਈਆਂ ਰਹਿੰਦੀਆਂ ਨੇ। ਫਿਰ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲੇ ਕਿਤੋਂ ਇੱਧਰ ਉੱਧਰੋਂ ਲਾ ਕੇ ਲਿਆ ਕੇ ਬੰਦੇ ਲਾਉਂਦੇ ਨੇ, ਦੂਸਰੇ ਰਾਜਾਂ 'ਚੋਂ ਲਿਆਉਂਦੇ ਨੇ। ਪੰਜਾਬ ਵਾਲੇ ਡੈਪੂਟੇਸ਼ਨ ਤੇ ਜਾਣੇ ਹੁੰਦੇ ਨੇ ਇਰੀਗੇਸ਼ਨ ਡਿਪਾਰਟਮੈਂਟ 'ਚੋਂ, ਸਿੰਚਾਈ ਵਿਭਾਗ 'ਚੋਂ। ਜੇ ਉਹਦੇ 'ਚ ਜੂਨੀਅਰ ਇੰਜੀਨੀਅਰ ਵੀ ਹੁੰਦੇ ਨੇ, SDO ਵੀ ਹੁੰਦੇ ਨੇ, ਐਕਸ਼ਨ ਵੀ ਹੁੰਦੇ ਨੇ, SC ਵੀ ਹੁੰਦੇ ਨੇ, ਸੁਪਰਿੰਟੈਂਡੈਂਟ ਇੰਜੀਨੀਅਰ, ਤੇ ਨਾਲ ਚੀਫ ਇੰਜੀਨੀਅਰ ਵੀ ਹੁੰਦੇ ਨੇ। ਸਾਰੇ ਅਫਸਰ ਜਾਣੇ ਹੁੰਦੇ ਨੇ ਪਰ ਪੰਜਾਬ ਵਾਲੇ ਬੰਦੇ ਨਹੀਂ ਭੇਜਦੇ। ਇਸ ਤੋਂ ਬਿਨਾਂ ਕਲੈਰੀਕਲ ਵੀ ਸਟਾਫ ਪੰਜਾਬ ਨੇ ਦੇਣਾ ਹੁੰਦਾ ਹੈ, ਉਹ ਵੀ ਨਹੀਂ ਜਾਂਦਾ ਉੱਥੇ। ਸੋ ਮਤਲਬ ਪੰਜਾਬ ਸਰਕਾਰ ਵੱਲੋਂ ਵੀ ਬੜੀ ਉਦਾਸੀਨਤਾ ਹੈਗੀ ਵਰਤੀ ਜਾ ਰਹੀ ਹੈ ਕਈ ਸਾਲਾਂ ਤੋਂ ਇਸ ਮੁੱਦੇ ਤੇ। ਜਿਹੜਾ ਚੇਅਰਮੈਨ ਹੁੰਦਾ ਉਹ ਤਾਂ ਪਹਿਲਾਂ ਹੀ ਪੋਸਟ ਬਾਹਰ ਸੀ। ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਲੱਗਦਾ ਉਹ ਤਾਂ ਬਾਹਰੋਂ ਹੀ ਆ ਕੇ ਲੱਗਦਾ ਸੀਗਾ। ਪਰ ਹੁਣ ਕੇਂਦਰ ਸਰਕਾਰ ਨੇ ਜਿਹੜੇ ਨਿਯਮ ਬਦਲੇ ਨੇ ਉਹਦੇ 'ਚ ਮੈਂਬਰ ਪਾਵਰ ਤੇ ਮੈਂਬਰ ਇਰੀਗੇਸ਼ਨ ਵੀ ਬਾਹਰੋਂ ਲੱਗ ਸਕਦੇ ਨੇ। ਸੋ ਨਾਲ ਪੰਜਾਬ ਦਾ ਨਹੀਂ ਨਾਲ ਹਰਿਆਣਾ ਦਾ ਵੀ ਨੁਕਸਾਨ ਹੋਏਗਾ। ਮਤਲਬ ਬਾਹਰੋਂ ਹਰਿਆਣਾ ਕਿਉਂਕਿ ਮੈਂਬਰ ਇਰੀਗੇਸ਼ਨ ਦੀ ਜਿਹੜੀ ਪੋਸਟ ਆ ਉਹ ਹਰਿਆਣੇ ਕੋਲੇ ਹੈ ਤਾਂ ਉਹਨਾਂ ਦਾ ਵੀ ਬਾਹਰੋਂ ਲੱਗ ਸਕਦਾ ਹੈ। ਸੋ ਇਹ ਮੇਰਾ ਖਿਆਲ ਹੈ ਕਿ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਹੈ, ਫਿਕਰ ਵਾਲੀ ਗੱਲ ਹੈ। ਮੇਰਾ ਖਿਆਲ ਹੈ ਇਹ ਵੀ ਆਉਣ ਵਾਲੇ ਦਿਨਾਂ 'ਚ ਇੱਕ ਵੱਡਾ ਪੋਲੀਟੀਕਲ ਮਸਲਾ ਪੰਜਾਬ 'ਚ ਬਣ ਸਕਦਾ ਹੈ ਕਿਉਂਕਿ ਅੱਜ ਹੀ ਲੋਕਾਂ ਨੂੰ ਪਤਾ ਲੱਗਣਾ ਹੈ ਇਸ ਬਾਰੇ ਕਿ ਆਹ ਗੱਲ ਹੋ ਗਈ ਹੈ, ਨਿਯਮਾਂ 'ਚ ਸੋਧ ਹੋ ਗਈ ਹੈ ਤੇ ਪੋਲੀਟੀਕਲ ਪਾਰਟੀਆਂ ਨੇ ਫਿਰ ਅੱਜ ਹੀ ਮਤਲਬ ਸ਼ੋਰ ਸ਼ਰਾਬਾ ਪਾਉਣਾ ਕਿਉਂਕਿ ਪੋਲੀਟੀਕਲ ਪਾਰਟੀਆਂ ਦਾ ਹੁਣ ਤਾਂ ਕੋਈ ਸਰੋਕਾਰ ਨਹੀਂ। ਇਹਦਾ ਅਖਬਾਰਾਂ 'ਚ ਪੜ੍ਹ ਕੇ ਖਬਰਾਂ ਪੜ੍ਹ ਕੇ ਦੇਖ ਕੇ ਫਿਰ ਹੀ ਰੌਲਾ ਪਾਉਂਦੇ ਨੇ। ਉਹ ਇਹਨਾਂ ਦਾ ਕੋਈ ਪਤਾ ਨਹੀਂ ਕਿ ਕਿੱਥੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ, ਕੀ ਹੋ ਰਿਹਾ, ਉਹਨਾਂ ਗੱਲਾਂ ਦਾ ਕੋਈ ਧਿਆਨ ਨਹੀਂ ਹੁੰਦਾ। ਜਦੋਂ ਅਖਬਾਰ 'ਚ ਖਬਰ ਚੱਲਦੀ ਆ ਫਿਰ ਇਹ ਰੌਲਾ ਪਾਉਣਾ ਸ਼ੁਰੂ ਕਰਦੇ ਨੇ ਜੀ। ਸਰਬਜੀਤ ਧਾਲੀਵਾਲ ਜੀ, ਹੁਣ ਗੱਲ ਕਰਦੇ ਹਾਂ ਯੂਕਰੇਨ ਦੇ ਬਾਰੇ। ਯੂਕਰੇਨ ਤੇ ਰਸ਼ੀਆ ਨੇ ਅਟੈਕ ਕਰ ਦਿੱਤਾ ਹੈ। ਉੱਥੇ ਬਹੁਤ ਸਾਰੇ
ਵੱਖ-ਵੱਖ ਦੇਸ਼ਾਂ ਤੋਂ ਵਿਦਿਆਰਥੀ ਸੀ ਫਸੇ ਹੋਏ। ਖਾਸ ਕਰਕੇ ਮੈਂ ਟੈਲੀਵਿਜ਼ਨ ਵੇਖ ਰਿਹਾ ਸੀ ਰਾਤ ਵੀ, ਜਦੋਂ ਖਬਰਾਂ ਆ ਰਹੀਆਂ ਸੀ, ਮਾਪੇ ਕੁਰਲਾ ਰਹੇ ਸੀਗੇ, ਹਾਹ ਕਲਾਪ ਕਰ ਰਹੇ ਸੀ। ਭਾਰਤ ਦੇ ਮਾਪੇ ਕਈ ਦੇਖ ਰਿਹਾ ਸੀਗਾ ਮੈਂ ਇੱਕ NDTV ਚੈਨਲ ਤੇ ਕਿੰਨੇ ਕੁ ਫਸੇ ਹੋਏ ਨੇ ਪੰਜਾਬ ਦੇ ਵਿਦਿਆਰਥੀ। ਤੇ ਹੁਣ ਤਾਂ ਖਬਰ ਆਈ ਹੈ ਕਿ ਉੱਥੇ ਇੱਕ ਜਗ੍ਹਾ ਜਮ੍ਹਾਂ ਹੋ ਗਏ ਸੀਗੇ, ਉਹਨਾਂ ਨੂੰ ਕਿਤੇ ਸੁਰੱਖਿਅਤ ਥਾਂ ਤੇ ਪਹੁੰਚਾ ਦਿੱਤਾ ਗਿਆ ਹੈ। ਥੋੜੀ ਦੇਰ ਪਹਿਲਾਂ ਹੀ ਬ੍ਰੇਕ ਹੋਈ ਹੈ ਖਬਰ ਜੀ। ਹਾਂ ਬਿਲਕੁਲ, ਪੰਜਾਬ ਦੇ ਵੀ ਬੱਚੇ ਬਹੁਤ ਜ਼ਿਆਦਾ ਨੇ ਤੇ ਹਰਿਆਣੇ ਦੇ ਵੀ ਬੱਚੇ ਬਹੁਤ ਜ਼ਿਆਦਾ ਨੇ। ਹਰਿਆਣੇ ਦਾ ਕੋਈ 2000 ਬੱਚਾ ਹੈ। ਪੰਜਾਬ ਦੇ ਬੱਚਿਆਂ ਨਾਲ ਰਾਤ ਮੈਂ ਗੱਲ ਕੀਤੀ ਸੀ, ਕੁਝ ਬੱਚੇ ਜਿਹੜੇ ਬਾਹਰ ਉੱਥੋਂ ਆਏ ਨੇ, ਵਾਪਸ ਆਏ ਨੇ। ਇੱਕ ਜਲੰਧਰ ਦੇ ਨੇੜੇ ਪਿੰਡ ਹੈਗਾ ਲੜਕਾ, ਉੱਥੋਂ ਵਾਪਸ ਆਇਆ, ਉਹਦੇ ਨਾਲ ਮੈਂ ਗੱਲ ਕੀਤੀ ਸੀ। ਉਹ ਕਹਿੰਦਾ ਵੀ 6-7 ਹਜ਼ਾਰ ਬੱਚਾ ਹੋ ਸਕਦਾ ਹੈ ਪੰਜਾਬ ਦਾ ਉੱਥੇ ਹੋਵੇ। ਟੋਟਲ 20,000 ਬੱਚਾ ਹੈਗਾ ਭਾਰਤ ਦਾ। ਕੁਝ ਗੁਜਰਾਤ ਦੇ ਬੱਚੇ ਵੀ ਹੈਗੇ ਨੇ, ਮਦਰਾਸ, ਤਾਮਿਲਨਾਡੂ, ਉਧਰ ਦੇ ਤਾਮਿਲਨਾਡੂ ਵੱਲ ਦੇ ਵੀ ਬੱਚੇ ਹੈਗੇ ਨੇ। ਪਰ ਪੰਜਾਬ ਹਰਿਆਣਾ ਦੇ ਬੱਚੇ ਜ਼ਿਆਦਾ ਹੁਣੇ ਜਾਣ ਲੱਗੇ ਨੇ। ਪਿਛਲੇ 2-3 ਸਾਲਾਂ ਤੋਂ ਉਹਨਾਂ ਨੇ ਐਡਮਿਸ਼ਨ ਲੈਣੀ ਸ਼ੁਰੂ ਕੀਤੀ ਹੈ, ਕਿਉਂਕਿ ਉੱਥੇ ਸਸਤੀ ਹੈ ਥੋੜੀ ਜਿਹੀ MBBC ਜਿਹੜੀ ਹੁੰਦੀ ਹੈ। ਇੱਕ ਤਾਂ ਕੋਵਿਡ ਕਰਕੇ ਬਹੁਤ ਸਾਰੇ ਦੇਸ਼ਾਂ ਨੇ ਪਹਿਲਾਂ ਪਾਬੰਦੀ ਲਾਤੀ ਸੀ, ਪਰ ਇਹਨਾਂ ਨੇ ਨਹੀਂ ਲਾਈ ਸੀ। ਯੂਕਰੇਨ 'ਚ ਐਡਮਿਸ਼ਨਾਂ ਹੋ ਗਈਆਂ ਸੀ, ਜਿਹੜੇ ਏਜੰਟ ਵਗੈਰਾ ਹੁੰਦੇ ਨੇ, ਫਿਰ ਉੱਥੇ ਬਹੁਤ ਸਾਰੇ ਬੱਚਿਆਂ ਨੂੰ ਐਡਮਿਟ ਕਰਾਤਾ ਸੀਗਾ। ਇੱਥੇ 35-40 ਲੱਖ ਰੁਪਏ 'ਚ ਕਹਿੰਦੇ MBBS ਹੋ ਜਾਂਦੀ ਹੈ, ਜਦੋਂ ਕਿ ਆਪਣੇ ਦੇਸ਼ ਵਿੱਚ ਦੇ ਪ੍ਰਾਈਵੇਟ ਕਾਲਜ ਨੇ ਉੱਥੇ 1 ਕਰੋੜ 1.5 ਕਰੋੜ ਰੁਪਏ ਖਰਚਾ ਆਉਂਦਾ ਹੈਗਾ। ਜੇ ਚੀਨ ਵੀ ਜਾਂਦੇ ਨੇ ਉੱਥੇ ਵੀ ਕਾਫੀ ਖਰਚਾ ਜ਼ਿਆਦਾ ਹੁੰਦਾ ਹੈ। ਤਾਂ ਬੱਚੇ ਫਿਰ ਇੱਧਰ ਜਾਣ ਲੱਗ ਗਏ ਸੀਗੇ। ਇਸ ਵੇਲੇ ਮੇਰਾ ਖਿਆਲ ਹੈ ਕਿ ਪੇਰੈਂਟਸ ਦਾ ਬਹੁਤ ਬੁਰਾ ਹਾਲ ਹੈ, ਕਿਉਂਕਿ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਉਹ ਬਹੁਤ ਸਾਰੇ ਸ਼ਹਿਰਾਂ ਤੇ ਹਮਲਾ ਕੀਤਾ ਹੈ ਰਸ਼ੀਆ ਨੇ, ਤੇ ਬਹੁਤ ਸਾਰੇ ਥਾਵਾਂ ਤੇ ਨੁਕਸਾਨ ਹੋਇਆ। ਤੇ ਉੱਥੋਂ ਦੇ ਮੇਰਾ ਖਿਆਲ ਹੈ ਕਿ 40-45 ਜਿਹੜੀ ਤਾਂ ਉੱਥੋਂ ਦੀ ਸਰਕਾਰ ਨੇ ਵੀ ਮੰਨਿਆ ਕਿ 40-45 ਸੈਨਿਕ ਤਾਂ ਮਾਰੇ ਗਏ ਨੇ। ਤਾਂ ਮੇਰਾ ਖਿਆਲ ਹੈ ਕਿ ਜਿਹੜੀ ਹਲੇ ਵੀ ਹਮਲਾ ਰੁਕਣ ਦਾ ਕੋਈ ਨਾਂ ਨਹੀਂ ਲੈ ਰਿਹਾ, ਹਾਲਾਂਕਿ ਸਾਰੇ ਦੇਸ਼ ਜ਼ੋਰ ਲਾ ਰਹੇ ਨੇ। ਸੋ ਇਸ ਕਰਕੇ ਮਾਂ ਪਿਓ ਦਾ ਫਿਕਰ ਤਾਂ ਹੈਗਾ ਹੀ ਹੈ, ਨਾਲ ਟਿਕਟਾਂ ਵੀ ਬੜੀਆਂ ਮਹਿੰਗੀਆਂ ਹੋ ਗਈਆਂ ਨੇ। ਕੋਈ ਬੱਚੇ ਹੁਣ ਅੱਜ ਮੇਰਾ ਖਿਆਲ ਹੈ ਭਾਰਤ ਸਰਕਾਰ ਨੇ ਇੱਕ ਜਾਰੀ ਕੀਤੀ ਹੈ ਐਡਵਾਈਜ਼ਰੀ, ਉਹਦੇ ਵਿੱਚ ਨਾਂ ਕਈ ਅਫਸਰਾਂ ਦੇ ਨਾਂ ਦੱਸੇ ਨੇ ਕਿ ਆਹ ਅਫਸਰ ਉੱਥੇ ਜਾ ਕੇ ਗਏ ਨੇ ਤੇ ਇਹਨਾਂ ਅਫਸਰਾਂ ਨਾਲ ਸੰਪਰਕ ਕੀਤਾ ਜਾਵੇ। ਕੁਝ ਪੋਲੈਂਡ ਦੇ ਬਾਰਡਰ ਤੇ ਜਾ ਗਏ ਨੇ ਅਫਸਰ, ਕੁਝ ਹੰਗਰੀ ਦੇ ਬਾਰਡਰ ਤੇ ਗਏ ਨੇ, ਕੁਝ ਨਾਲ ਜਿਹੜੇ ਹੋਰ ਦੂਸਰੇ ਦੇਸ਼ ਲੱਗਦੇ ਨੇ ਉਹਨਾਂ ਦੇ ਬਾਰਡਰਾਂ ਤੇ ਗਏ ਨੇ। ਉੱਥੋਂ ਮੇਰੇ ਖਿਆਲ ਉਹ ਬਾਰਡਰਾਂ ਰਾਹੀਂ ਬੱਚਿਆਂ ਨੂੰ ਕੱਢਣਗੇ ਤੇ ਫਿਰ ਹਵਾਈ ਜਿਹੜੀਆਂ ਉਡਾਨਾਂ ਉੱਥੇ ਤਾਂ ਬੰਦ ਹੀ ਹੈਗੀਆਂ ਨੇ। ਯੂਕਰੇਨ ਤਾਂ ਮੇਰਾ ਖਿਆਲ ਹੈ ਕਿ ਦੂਸਰੇ ਫਿਰ ਜਿਹੜੀਆਂ ਨਾਲ ਲੱਗਦੇ ਰਾਜ ਹੈਗੇ ਨੇ, ਦੇਸ਼ ਹੈਗੇ, ਉੱਥੋਂ ਬੱਚੇ ਲੈ ਕੇ ਤੇ ਫਿਰ ਉਹਨਾਂ ਹਵਾਈ ਅੱਡਿਆਂ ਤੋਂ ਮੇਰਾ ਖਿਆਲ ਹੈ ਕਿ ਉਡਾਨਾਂ ਭਰਨਗੇ। ਅੱਜ ਗਵਰਨਮੈਂਟ ਆਫ ਇੰਡੀਆ ਨੇ ਕਾਫੀ ਮੇਰਾ ਇੰਤਜ਼ਾਮ ਕੀਤੇ ਨੇ, ਤੇ ਉਹ ਮੇਰਾ ਖਿਆਲ ਕਿ ਸ਼ਾਮ ਤੱਕ ਜਾਂ ਕੱਲ ਰਾਤ ਤੱਕ ਤਕਰੀਬਨ ਸਾਰੇ ਬੱਚੇ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਕੁਝ ਬੱਚੇ ਸੁਰੱਖਿਅਤ ਥਾਵਾਂ ਤੇ ਚਲੇ ਗਏ ਨੇ, ਪਰ ਕੁਝ ਬੱਚੇ ਆਪਣੇ ਆਪ ਹੀ ਇੱਧਰ ਉੱਧਰ ਚਲੇ ਗਏ ਨੇ। ਕੁਝ ਬਾਈ ਟ੍ਰੇਨ ਦੂਸਰੇ ਦੇਸ਼ਾਂ ਵਿੱਚ ਚਲੇ ਗਏ ਨੇ, ਕੁਝ ਦੂਸਰੇ ਬਾਰਡਰਾਂ ਤੇ ਨੇੜੇ ਬੈਠੇ ਨੇ। ਇਸ ਕਰਕੇ ਕਾਫੀ ਖਲਾਰਾ ਪਿਆ ਹੋਇਆ ਹੈ। ਤਾਂ ਮਾਂ ਪਿਓ ਦੀ ਜਿਹੜੀ ਚਿੰਤਾ ਵਧੀ ਹੈ, ਕਿਉਂਕਿ ਫੋਨ ਵੀ ਜਿਹੜਾ ਫੂਡ ਹੈ ਉੱਥੇ ਉਹ ਵੀ ਕਾਫੀ ਮੁਸ਼ਕਲ ਹੋ ਗਿਆ, ਮਿਲ ਨਹੀਂ ਰਿਹਾ। ਖਾਣਾ ਪੀਣੇ 'ਚ ਵੀ ਬਹੁਤ ਮੁਸ਼ਕਲ ਆ ਰਹੀ ਹੈ। ਨਾਲ ਟੈਲੀਫੋਨ ਵਗੈਰਾ ਵੀ ਚਾਰਜ ਨਹੀਂ ਹੋ ਰਹੇ, ਜਿਹੜੇ ਮੋਬਾਈਲ ਫੋਨ ਵੀ ਚਾਰਜ ਨਹੀਂ ਹੋ ਰਹੇ। ਇਸ ਕਰਕੇ ਮਾਂ ਪਿਓ ਨੂੰ ਸੰਪਰਕ ਕਰਨ ਵਿੱਚ ਵੀ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ ਜੀ। ਤੇ ਬਿਜ਼ਨਸ ਨੂੰ ਵੀ ਕਹਿੰਦੇ ਕਾਫੀ ਝਟਕਾ ਲੱਗਾ ਹੈ, ਕਿਉਂਕਿ ਜਿਹੜਾ ਯੂਕਰੇਨ ਤੇ ਹਮਲੇ ਕਾਰਨ ਜਿਹੜੀ ਮਾਸ ਦੀ ਸਪਲਾਈ ਚੇਨ ਸੀ ਉਹ ਵੀ ਟੁੱਟ ਗਈ ਹੈ। ਹਾਂਜੀ ਬਿਲਕੁਲ, ਲੁਧਿਆਣੇ ਤੋਂ ਬਹੁਤ ਸਾਰਾ ਮਾਲ ਜਾਂਦਾ ਹੈ, ਮਸ਼ੀਨ ਟੂਲ ਜਾਂਦੇ ਨੇ, ਨਟ ਬੋਲਟਸ ਜਾਂਦੇ ਨੇ, ਫਿਰ ਟੈਕਸਟਾਈਲ ਬਹੁਤ ਜਾਂਦਾ ਹੈਗਾ। ਤਾਂ ਬਹੁਤ ਸਾਰਾ ਮਾਲ ਇੱਥੋਂ ਐਕਸਪੋਰਟ ਵੀ ਹੁੰਦਾ ਤੇ ਬਹੁਤ ਸਾਰਾ ਮਾਲ ਉੱਥੋਂ ਇੰਪੋਰਟ ਵੀ ਕੀਤਾ ਜਾਂਦਾ। ਖਾਸ ਕਰ ਜਿਹੜੀ ਵੈਕਸ ਹੈਗੀ ਉੱਥੋਂ ਇੰਪੋਰਟ ਕੀਤੀ ਜਾਂਦੀ ਹੈ। ਤਾਂ ਇੰਡਸਟਰੀਲਿਸਟ ਵੀ ਵਿਚਾਰੇ ਬਹੁਤ ਦੁਖੀ ਨੇ। ਉਹ ਕਹਿੰਦੇ ਵੀ ਸਾਡਾ ਕਰੋੜਾਂ ਰੁਪਏ ਦਾ ਮਾਲ ਰਾਹਾਂ ਵਿੱਚ ਹੀ ਫਸਿਆ ਹੋਇਆ ਤੇ ਬਹੁਤ ਮੁਸ਼ਕਲ ਆ ਰਹੀ ਹੈ। ਨਾ ਤਾਂ ਜਿਹੜਾ ਉਹਨਾਂ ਨੇ ਇੰਪੋਰਟ ਦੇ ਬਿੱਲ ਤਾਰੇ ਹੋਏ ਨੇ, ਪੈਸੇ ਦਿੱਤੇ ਹੋਏ ਨੇ, ਉਹ ਫਸ ਗਏ ਨੇ। ਜਿਹੜਾ ਫਿਰ ਇੱਥੋਂ ਐਕਸਪੋਰਟ ਵਾਸਤੇ ਮਾਲ ਭੇਜਿਆ ਸੀ ਉਹ ਵੀ ਰਾਹਾਂ ਚਟਕਿਆ ਪਿਆ, ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਹੁਣ ਕੀ ਕੀਤਾ ਜਾਵੇ। ਸੋ ਇਹ ਜਿਹੜੀ ਹਰਿਆਣਾ ਆਪਣੀ ਲੁਧਿਆਣੇ ਦੀ ਇੰਡਸਟਰੀ ਹੈਗੀ, ਕਾਫੀ ਵੱਡੀ ਇੰਡਸਟਰੀ ਹੈ। ਖਾਸ ਕਰਕੇ ਮਸ਼ੀਨ ਟੂਲ ਤੇ ਟੈਕਸਟਾਈਲ ਵਿੱਚ ਤਾਂ ਬਹੁਤ ਵੱਡਾ ਇਹਦਾ ਨਾਂ ਹੈਗਾ, ਤੇ ਇਹਦੀ ਐਕਸਪੋਰਟ ਦਾ ਬਿਜ਼ਨਸ ਵੀ ਕਾਫੀ ਵੱਡਾ ਹੈਗਾ। ਕੁੱਲ ਮੇਰਾ ਖਿਆਲ ਹੈ ਕਿ 55 ਲੱਖ ਕਰੋੜ ਰੁਪਏ ਦਾ ਬਿਜ਼ਨਸ ਜਿਹੜਾ ਹੈਗਾ ਐਕਸਪੋਰਟ ਇੰਪੋਰਟ ਦਾ, 55 ਲੱਖ ਕਰੋੜ ਰੁਪਏ ਦਾ ਜਿਹੜਾ ਬਿਜ਼ਨਸ ਇੰਪੋਰਟ ਐਕਸਪੋਰਟ ਦਾ ਹੁੰਦਾ ਹੈ ਯੂਕਰੇਨ ਨਾਲ ਪੰਜਾਬ ਆਪਣਾ ਭਾਰਤ ਦਾ। ਤੇ ਉਹ 'ਚ ਵੱਡਾ ਹਿੱਸਾ ਕਾਫੀ ਲੁਧਿਆਣੇ ਦਾ ਵੀ ਹੈਗਾ। ਸੋ ਉਹ ਵੀ ਚਿੰਤਾ 'ਚ ਡੁੱਬੇ ਹੋਏ ਨੇ ਇਸ ਕਰਕੇ ਜੀ। ਹੁਣ ਅਖੀਰ ਦੇ ਵਿੱਚ ਜਾਂਦੇ ਆਪਾਂ ਦੀਪ ਸਿੱਧੂ ਦੇ ਬਾਰੇ ਗੱਲ ਕਰਦੇ ਹਾਂ। ਕੋਈ ਅਪਡੇਟ ਮਿਲੀ? ਇਸ ਦੀ ਜਾਂਚ ਚੱਲ ਰਹੀ ਸੀ, ਅੱਗੇ ਵਧੀ ਜਾਂਚ ਕਿ ਉੱਥੇ ਹੀ ਖੜੀ ਹੈਗੀ ਹੈ?
ਹਾਂ, ਉਹਨਾਂ ਦੀ ਜਾਂਚ ਹਲੇ ਰੁਕੀ ਹੋਈ ਹੈ, ਹਲੇ ਬਿਸਰਾ ਰਿਪੋਰਟ ਨਹੀਂ ਆਈ। ਉਹਨਾਂ ਨੇ ਬਿਸਰਾ ਜਿਹੜਾ ਸੀਗਾ ਉਹ ਫੋਰੈਂਸਿਕ ਐਗਜ਼ਾਮਿਨ ਵਾਸਤੇ ਭੇਜਿਆ ਸੀਗਾ, ਉਹਦੀ ਰਿਪੋਰਟ ਹਲੇ ਆਉਣੀ ਬਾਕੀ ਹੈ। ਕੱਲ ਸੋਨੀਪਤ ਪੁਲਿਸ ਨੇ ਇਸ ਬਾਰੇ ਬਿਆਨ ਵੀ ਜਾਰੀ ਕੀਤਾ ਹੈ ਕਿ ਜਦੋਂ ਬਿਸਰਾ ਰਿਪੋਰਟ ਆ ਜਾਏਗੀ ਤਾਂ ਉਸ ਦੇ ਨਾਲ ਹੀ ਅਸੀਂ ਜਿਹੜੀ ਜਾਂਚ ਹੋਰ ਤੇਜ਼ ਹੋ ਜਾਏਗੀ। ਬਿਸਰਾ ਰਿਪੋਰਟ ਤੋਂ ਚਾਹੁੰਦੇ ਨੇ ਪਤਾ ਕਰਨਾ ਕਿ ਕੀ ਕਾਰਨ ਰਿਹਾ ਉਹਨਾਂ ਦੀ ਮੌਤ ਦਾ। ਹਾਲਾਂਕਿ ਸਿਰ ਵਿੱਚ ਜਿਹੜੀ ਰਿਪੋਰਟ ਆਈ ਹੈ ਆਪਣਾ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਇਆ ਵੀ ਸਿਰ ਵਿੱਚ ਸੱਟ ਲੱਗਣ ਕਰਕੇ ਸ਼ਾਇਦ ਉਹਨਾਂ ਦੀ ਮੌਤ ਹੋਈ ਹੈ। ਤੇ ਨਾਲ ਪਰ ਬਿਸਰਾ ਰਿਪੋਰਟ ਜਿਹੜੀ ਹੁੰਦੀ ਆ ਉਹ ਵੀ ਕਾਫੀ ਹੱਦ ਤੱਕ ਦੱਸਦੀ ਹੈ, ਉਹ ਤੋਂ ਵੀ ਕਾਫੀ ਕੁਝ ਪਤਾ ਲੱਗ ਜਾਂਦਾ ਹੈ। ਤੋ ਇਹ ਰਿਪੋਰਟ ਦੀ ਉਹ ਉਡੀਕ ਕਰ ਰਹੇ ਨੇ, ਉਸ ਤੋਂ ਬਾਅਦ ਜਾਂਚ ਮੇਰਾ ਖਿਆਲ ਹੈ ਕਿ ਅੱਗੇ ਵਧੇਗੀ। ਤੁਹਾਨੂੰ ਪਤਾ ਹੀ ਹੈਗਾ ਕਿ ਕੱਲ ਜਿਹੜੀਆਂ ਜੋ ਭੋਗ ਸਮੇਂ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਸੀ ਕਿ ਜਾਂਚ ਵਿੱਚ ਤੇਜ਼ੀ ਲਿਆਂਦੀ ਜਾਵੇ ਜਾਂ ਫਿਰ ਕਿਸੇ ਜਿਹੜੀ ਜਾਂਚ ਆ ਉਹ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਕਰਾਈ ਜਾਵੇ ਤੇ ਤਾਂ ਕਿ ਜਿਹੜਾ ਸੱਚ ਸਾਹਮਣੇ ਆ ਸਕੇ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਹੈ ਕਿ ਇਹ ਨਾਰਮਲ ਐਕਸੀਡੈਂਟ ਦਾ ਕੇਸ ਨਹੀਂ, ਇਹ ਜਾਣਬੁੱਝ ਕੇ ਕੀਤਾ ਗਿਆ ਐਕਸੀਡੈਂਟ ਹੈਗਾ। ਲੋਕ ਤਾਂ ਬਹੁਤ ਸਾਰੇ ਜਥੇਬੰਦੀਆਂ ਨੇ ਤਾਂ ਕਤਲ ਦੇ ਦੋਸ਼ ਵੀ ਲਾਏ ਨੇ ਕਿ ਦੇਵੀ ਸਿੱਧੂ ਨੂੰ ਮਾਰਿਆ ਗਿਆ, ਉਹ ਆਪਣੇ ਆਪ ਐਕਸੀਡੈਂਟ ਨਹੀਂ ਹੋਇਆ, ਇਹ ਐਕਸੀਡੈਂਟ ਕਰਵਾਇਆ ਗਿਆ। ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਚੱਲ ਰਹੀ ਹੈ ਕਾਫੀ ਦੇਰ ਤੋਂ। ਜੀ ਜੀ ਸਰਬਜੀਤ ਧਾਲੀਵਾਲ ਜੀ, ਬਹੁਤ ਬਹੁਤ ਧੰਨਵਾਦ ਸਰ। ਸ਼ੁਕਰੀਆ ਜੀ, ਮਿਹਰਬਾਨੀ।